ਕਿਤਾਬ ਜਾਂਬਾਜ਼ ਰਾਖਾ ਅਧਿਆਇ 10ਵਾਂ ਅਕਾਲ ਤਖਤ ਉੱਪਰ ਫੌਜੀ ਹਮਲੇ ਦਾ ਬਦਲਾ। ਲੇਖਕ A.R. ਦਰਸ਼ੀ, ਅਨੁਵਾਦਕ ਪ੍ਰੋਫੈਸਰ ਕੁਲਬੀਰ ਸਿੰਘ, ਆਵਾਜ਼ ਗੁਰਜੰਟ ਸਿੰਘ ਰੂਪਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੀਤ ਵਿੱਚ ਜਦ ਵੀ ਅਤੇ ਜਿਸ ਕਿਸੇ ਨੇ ਵੀ ਦਰਬਾਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਨੂੰ ਢਾਉਣ ਅਤੇ ਇਹਨਾਂ ਦੀ ਬੇਹੁਰਮਤੀ ਕਰਨ ਦਾ ਗੁਨਾਹ ਕੀਤਾ, ਔੜਕ ਉਸ ਨੂੰ ਸੂਰਬੀਰ ਖਾਲਸੇ ਦੇ ਹੱਥੋਂ ਮੌਤ ਦੀ ਸਜ਼ਾ ਭੁਗਤਣੀ ਪਈ। ਸਿੱਖ ਤਵਾਰੀਖ ਬੀਤੇ ਸਮੇਂ ਦੀਆਂ ਅਜਿਹੀਆਂ ਘਟਨਾਵਾਂ ਦੀ ਸ਼ਾਹਦੀ ਭਰਦੀ ਹੈ, ਪਰੰਤੂ ਮੁਤੱਸਬੀ ਹਿੰਦੂ ਇਹਨਾਂ ਬਹਾਦਰੀ ਭਰੇ ਕਾਰਨਾਮਿਆਂ ਦੀ ਖਿੱਲੀ ਉਡਾਉਂਦੇ ਸਨ। ਪੰਜਾਬ ਅੰਦਰ ਹੋਈਆਂ ਫੌਜੀ ਕਾਰਵਾਈਆਂ ਮਗਰੋਂ ਜਦੋਂ ਗੁੱਸੇ ਦੀ ਲਹਿਰ ਵਿਸ਼ਾਲ ਪੱਧਰ ਤੇ ਫੈਲੀ ਹੋਈ ਸੀ ਅਤੇ ਇਹ ਅਫਵਾਹ ਆਮ ਸੀ ਕਿ ਛੇਤੀ ਹੀ ਇੰਦਰਾ ਗਾਂਧੀ ਦਾ ਮੱਸੇ ਰੰਗੜ ਵਾਲਾ ਹਸ਼ਰ ਹੋਵੇਗਾ, ਤਾਂ ਫਿਰਕੂ ਹਿੰਦੂਆਂ ਨੇ ਇਸ ਦਾ ਹਾਸੇ ਭਾਣੇ ਮਖੌਲ ਉਡਾ ਛੱਡਿਆ। ਉਹਨਾਂ ਇਸ ਇਤਿਹਾਸਕ ਘਟਨਾ ਨੂੰ ਸਿਰੇ ਦੀ ਮਿਥਿਹਾਸਕ ਲੋਕ ਕਥਾ ਕਹਿ ਕੇ ਰੱਦ ਕਰ ਦਿੱਤਾ। ਉਹਨਾਂ ਕਦੇ ਵੀ ਯਕੀਨ ਨਹੀਂ ਕੀਤਾ ਕਿ 18ਵੀਂ ਸਦੀ ਦੌਰਾਨ ਦਰਬਾਰ ਸਾਹਿਬ ਦੀ ਬੇਹੁਰਮਤੀ ਦੇ ਗੁਨਾਹ ਬਦਲੇ ਜੋਧੇ ਸਿੰਘਾਂ ਸੁੱਖਾ ਸਿੰਘ ਅਤੇ ਮਹਿਤਾਬ ਸਿੰਘ ਨੇ ਦਰਬਾਰ ਸਾਹਿਬ ਵਿਖੇ ਹੀ ਮੱਸੇ ਰੰਗੜ ਦਾ ਸਿਰ ਵੱਢ ਦਿੱਤਾ ਸੀ। ਪਰ ਗੁਰੂ ਗੋਬਿੰਦ ਸਿੰਘ ਦੇ ਫਲਸਫੇ ਤੋਂ ਪ੍ਰੇਰਿਤ ਦੋ ਨੌਜਵਾਨ ਸਿੰਘਾਂ, ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਨੇ ਖਾਲਸੇ ਦੀਆਂ ਸ਼ਾਨਦਾਰ ਰਵਾਇਤਾਂ ਅਤੇ ਗੌਰਵਮਈ ਇਤਿਹਾਸ ਨੂੰ ਕਾਇਮ ਰੱਖਦਿਆਂ 31 ਅਕਤੂਬਰ 1984 ਦੀ ਇੱਕ ਸੁਹਾਵਣੀ ਸਵੇਰ ਇੰਦਰਾ ਗਾਂਧੀ ਨੂੰ ਠੀਕ ਉਸ ਦੀ ਕਿਲ੍ਹਾਬੰਦ ਸਰਕਾਰੀ ਰਿਹਾਇਸ਼ ਦੇ ਅੰਦਰ ਅਤੇ ਉਸ ਦੇ ਅਣਗਿਣਤ ਸੁਰੱਖਿਆ ਗਾਰਡਾਂ ਦੇ ਠੀਕ ਸਾਹਮਣੇ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਅਤੇ ਇਉਂ ਦਰਬਾਰ ਸਾਹਿਬ ਅਤੇ ਅਕਾਲ ਤਖਤ ਦੀ ਤਬਾਹੀ ਅਤੇ ਬੇਹੁਰਮਤੀ ਦਾ ਬਦਲਾ ਲੈ ਲਿਆ। ਇਹਨਾਂ ਦੋ ਸੂਰਮੇ ਸਿੰਘਾਂ ਨੇ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਦੇ ਸ਼ਾਨਦਾਰ ਅਤੇ ਕਾਬਲੇ ਫਖਰ ਕਾਰਨਾਮਿਆਂ ਨੂੰ ਦੁਹਰਾ ਕੇ ਇੱਕ ਵਾਰ ਮੁੜ ਇਤਿਹਾਸ ਸਿਰਜ ਦਿੱਤਾ। ਪੰਜਾਬ 'ਚ ਜਾਬਰ ਫੌਜੀ ਸ਼ਾਸਨ ਹੇਠ ਜੀਰੇ ਸਿੱਖਾਂ ਨੇ ਸਿਰਾਂ ਤੇ ਮੰਡਰਾ ਰਹੇ ਨਵੇਂ ਖਤਰੇ ਤੋਂ ਬੇਖਬਰ ਸੁੱਖ ਦਾ ਸਾਹ ਲਿਆ, ਪਰ ਇਹ ਛਿਣ ਭੰਗਰੀ ਹੀ ਸਾਬਤ ਹੋਇਆ। ਤਵਸਬੀ ਹਿੰਦੂਆਂ, ਜਿਨ੍ਹਾਂ ਨੂੰ ਪਹਿਲਾਂ ਤੋਂ ਹੀ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਸਮੇਤ ਹੋਰ ਕਾਂਗਰਸੀ ਨੇਤਾਵਾਂ ਨੇ ਸਿੱਖਾਂ ਨੂੰ ਸਬਕ ਸਿਖਾਉਣ ਲਈ ਉਕਸਾਇਆ ਹੋਇਆ ਸੀ, ਨੂੰ ਉਸ ਹੋਣੀ ਭਰੇ ਦਿਨ ਦੀ ਸ਼ਾਮ ਨੂੰ ਸੰਗਠਿਤ ਅਤੇ ਲਾਮਬੰਦ ਕੀਤਾ ਗਿਆ। ਜਦੋਂ ਰਾਜੀਵ ਗਾਂਧੀ ਉਸ ਦਿਨ ਬਾਅਦ ਦੁਪਹਿਰ 3:30 ਤੇ ਨਵੀਂ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਵਿਖੇ ਪਹੁੰਚਿਆ ਤਾਂ ਉਹ ਆਪਣੀ ਮਾਂ ਨੂੰ ਮਾਸ ਦਾ ਲੋਥੜਾ ਬਣਿਆ ਦੇਖ ਅੱਗ ਬਬੂਲਾ ਹੋ ਉੱਠਿਆ। ਗੁੱਸੇ ਦੇ ਦੌਰੇ ਹੇਠ ਉਹਨੇ ਉੱਥੇ ਮੌਜੂਦ ਕਾਂਗਰਸੀ ਨੇਤਾਵਾਂ ਨੂੰ ਚਾਰ ਚੁਫੇਰੇ ਖਿੰਡਰ ਕੇ ਸਿੱਖਾਂ ਨੂੰ ਸਬਕ ਸਿਖਾਉਣ ਲਈ ਹਦਾਇਤ ਕੀਤੀ। ਉਸ ਨੇ ਇਹ ਵੀ ਫਰਮਾਇਆ ਕਿ ਉਹ ਕਿਸੇ ਵੀ ਸਿੱਖ ਦਾ ਚਿਹਰਾ ਨਹੀਂ ਵੇਖਣਾ ਚਾਹੁੰਦਾ। ਉਸ ਮੌਕੇ ਤੱਕ ਅਜੇ ਉਸ ਨੂੰ ਪ੍ਰਧਾਨ ਮੰਤਰੀ ਵਜੋਂ ਸਹੁੰ ਨਹੀਂ ਸੀ ਚੁਕਾਈ ਗਈ। ਸ਼ਾਇਦ ਇਸੇ ਕਾਰਨ ਹੀ ਕਾਂਗਰਸੀ ਹੇੜਾਂ ਨੇ ਉਸ ਦੇ ਤਵਸਬੀ ਫਰਮਾਨ ਵੱਲ ਗੰਭੀਰ ਤਵੱਜੋ ਨਾ ਦਿੱਤੀ। ਤਾਂ ਵੀ ਉਹਨਾਂ ਨੇ ਕਾਂਗਰਸੀ ਕਾਰਕੁਨਾਂ ਨੂੰ ਕੁਝ ਨਾ ਕੁਝ ਕਰਨ ਲਈ ਕਿਹਾ ਤਾਂ ਜੋ ਉਹ ਆਪਣੇ ਆਕਾ ਦੀ ਮਨੋ ਇੱਛਾ ਨੂੰ ਸੰਤੁਸ਼ਟ ਕਰ ਸਕਣ। ਪਰ ਉਹਨਾਂ ਨੇ ਬੜੇ ਸਧਾਰਨ ਜਿਹੇ ਢੰਗ ਨਾਲ ਸਿੱਖ ਰਾਹਗੀਰਾਂ ਦੀ ਖਿੱਚਾਤੁਹੀ ਕੀਤੀ ਤੇ ਉਹਨਾਂ ਦੇ ਸਕੂਟਰਾਂ ਅਤੇ ਕਾਰਾਂ ਦੀ ਭੰਨ ਤੋੜ ਕੀਤੀ ਅਤੇ ਨਸ਼ਟ ਕਰ ਦਿੱਤੇ, ਜਿਨ੍ਹਾਂ ਤੇ ਸਵਾਰ ਹੋ ਕੇ ਉਹ ਮੈਡੀਕਲ ਇੰਸਟੀਚਿਊਟ ਦੀ ਹਦੂਦ ਦੇ ਨੇੜਿਓਂ ਤੇੜਿਓਂ ਗੁਜ਼ਰ ਰਹੇ ਸਨ। ਅਜਿਹੀਆਂ ਟਾਵੀਆਂ ਵਾਰਦਾਤਾਂ ਦਿੱਲੀ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਵਾਪਰੀਆਂ। ਪਰ ਜਦੋਂ ਉਸੇ ਸ਼ਾਮ ਰਾਜੀਵ ਗਾਂਧੀ ਦਿੱਲੀ ਤਖਤ ਦਾ ਵਾਰਸ ਬਣ ਗਿਆ ਅਤੇ ਉਸ ਨੂੰ ਪ੍ਰਧਾਨ ਮੰਤਰੀ ਵਜੋਂ ਹਲਫ ਦਵਾ ਦਿੱਤਾ ਗਿਆ ਤਾਂ ਸਥਿਤੀ ਨੇ ਦੁਖਦਾਈ ਮੋੜ ਅਖਤਿਆਰ ਕਰ ਲਿਆ। ਰਾਜੀਵ ਗਾਂਧੀ ਆਪਣੀ ਮਾਂ ਦੇ ਕਤਲ ਦਾ ਬਦਲਾ ਲੈਣ ਦੇ ਇਰਾਦੇ ਨਾਲ ਸਿੱਖਾਂ ਨੂੰ ਹਰ ਹੀਲੇ ਕੌੜਾ ਸਬਕ ਸਿਖਾਉਣ ਲਈ ਆਮਾਦਾ ਸੀ। ਹੁਣ ਕਾਂਗਰਸੀ ਮੰਤਰੀਆਂ ਅਤੇ ਹੋਰ ਨੇਤਾਵਾਂ ਨੂੰ ਚੰਗੀ ਤਰ੍ਹਾਂ ਸਮਝ ਪਈ ਕਿ ਉਹਨਾਂ ਨੂੰ ਖੂਨ ਦੇ ਪਿਆਸੇ ਆਪਣੇ ਨਵੇਂ ਪ੍ਰਧਾਨ ਮੰਤਰੀ ਨੂੰ ਖੁਸ਼ ਕਰਨ ਖਾਤਰ ਕੋਈ ਸਖਤ ਕਾਰਵਾਈ ਕਰਨੀ ਹੋਵੇਗੀ। ਉਹਨਾਂ ਨੇ ਰਾਤੋਂ ਰਾਤ ਇੱਕ ਖਤਰਨਾਕ ਅਤੇ ਭਿਆਨਕ ਵਿਉਂਤ ਘੜੀ, ਜਿਸ ਨੂੰ ਕਿ ਅਗਲੀ ਸਵੇਰ ਅਮਲ ਵਿੱਚ ਲਿਆਂਦਾ ਜਾਣਾ ਸੀ। ਪ੍ਰਸਿੱਧ ਕਾਂਗਰਸੀ ਨੇਤਾ ਹਰਕਿਸ਼ਨ ਲਾਲ ਭਗਤ, ਜਗਦੀਸ਼ ਟਾਈਟਲਰ, ਸੱਜਣ ਕੁਮਾਰ, ਲਲਿਤ ਮਾਕਨ, ਅਰਜੁਨ ਦਾਸ, ਧਰਮਦਾਸ ਸ਼ਾਸਤਰੀ
ਅਤੇ ਅਜਿਹੇ ਹੋਰਨਾਂ ਨੂੰ ਆਪੋ ਆਪਣੇ ਚੋਣ ਹਲਕਿਆਂ ਦਾ ਇੰਚਾਰਜ ਥਾਪ ਦਿੱਤਾ ਗਿਆ ਅਤੇ ਸਪਸ਼ਟ ਰੂਪ 'ਚ ਸਮਝਾਈ ਗਈ ਵਿਉਂਤ ਅਨੁਸਾਰ ਡਿਊਟੀਆਂ ਸੌਂਪ ਦਿੱਤੀਆਂ ਗਈਆਂ ਤਾਂ ਜੋ ਸਿੱਖਾਂ ਦੀ ਨਸਲਕੁਸ਼ੀ ਦੀ ਕਾਰਵਾਈ ਆਪਰੇਸ਼ਨ ਜੀਨੋਸਾਈਡ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਿਆ ਜਾ ਸਕੇ। ਇਨ੍ਹਾਂ ਕਾਂਗਰਸੀ ਮੰਤਰੀਆਂ ਨੇ ਸੈਂਕੜੇ ਜਰਾਇਮ ਪੇਸ਼ਾ ਮੁਜਰਮ ਲੁਟੇਰੇ ਅਤੇ ਡਕੈਤ 31 ਅਕਤੂਬਰ ਅਤੇ 1 ਨਵੰਬਰ ਦੀ ਦਰਮਿਆਨੀ ਰਾਤ ਨੂੰ ਇਕੱਠੇ ਕਰ ਲਏ ਅਤੇ ਆਪਰੇਸ਼ਨ ਨਸਲਕੁਸ਼ੀ ਨੂੰ ਅਮਲ ਵਿੱਚ ਲਿਆਉਣ ਲਈ ਇਹਨਾਂ ਨੂੰ ਭੁੱਖੇ ਬਘਿਆੜਾਂ ਦੀ ਤਰ੍ਹਾਂ ਖੁੱਲ੍ਹੇ ਛੱਡ ਦਿੱਤਾ। ਸਿੱਖਾਂ ਦੀ ਮਲਕੀਅਤ ਵਾਲੇ ਰਿਹਾਇਸ਼ੀ ਮਕਾਨਾਂ, ਦੁਕਾਨਾਂ, ਕਾਰੋਬਾਰੀ ਅਤੇ ਵਪਾਰਕ ਜਾਇਦਾਦਾਂ ਦੀ ਨਿਸ਼ਾਨਦੇਹੀ ਕੀਤੀ ਗਈ ਅਤੇ ਅੱਗਾਂ ਲਾਉਣ ਵਾਲਿਆਂ, ਬਲਾਤਕਾਰੀਆਂ, ਹਥਿਆਰਿਆਂ ਅਤੇ ਲੁਟੇਰਿਆਂ ਦੇ ਹਮਲੇ ਦਾ ਨਿਸ਼ਾਨਾ ਬਣਾਉਣ ਲਈ ਚੁਣੇ ਗਏ। ਹਰ ਪ੍ਰਕਾਰ ਦੇ ਹਥਿਆਰ ਅਤੇ ਅੱਗ ਲਾਊ ਸਮੱਗਰੀ ਭਾਰੀ ਮਾਤਰਾ 'ਚ ਇਕੱਤਰ ਕੀਤੀ ਗਈ ਅਤੇ ਇਸ ਵਹਿਸ਼ੀਆਨਾ ਸਾਜ਼ਿਸ਼ ਨੂੰ ਸਿਰੇ ਚਾੜ੍ਹਨ ਲਈ ਹਿੰਦੂ ਕਾਤਲਾਂ ਦੇ ਗਰੋਹਾਂ ਨੂੰ ਸੌਂਪ ਦਿੱਤੀ ਗਈ। ਮੁੱਕਦੀ ਗੱਲ ਕਿ ਰਾਤੋਂ ਰਾਤ ਸਿੱਖਾਂ 'ਤੇ ਅਗਲੀ ਸਵੇਰ ਨੂੰ ਪ੍ਰਚੰਡ ਰੂਪ 'ਚ ਜ਼ੋਰਦਾਰ ਹੱਲਾ ਬੋਲਣ ਲਈ ਤਿਆਰੀ ਮੁਕੰਮਲ ਕਰ ਲਈ ਗਈ। ਕਾਤਲ ਹਿੰਦੂ ਗਰੋਹਾਂ ਨੂੰ ਖੁੱਲ੍ਹੀ ਛੁੱਟੀ ਦੇਣ ਦੇ ਇਰਾਦੇ ਨਾਲ ਦਿੱਲੀ ਪੁਲਿਸ ਅਤੇ CRPF ਨੂੰ ਇਹਨਾਂ ਅਪਰਾਧੀ ਗਰੋਹਾਂ ਦੇ ਹਰਕਤ ਵਿੱਚ ਹੋਣ ਸਮੇਂ ਇਹਨਾਂ ਨੂੰ ਹੱਥ ਨਾ ਪਾਉਣ ਲਈ ਗੁਪਤ ਰੂਪ 'ਚ ਹਦਾਇਤਾਂ ਕੀਤੀਆਂ ਗਈਆਂ। ਇਸ ਤੋਂ ਵੀ ਅਗਾਂਹ ਇਹਨਾਂ ਸੰਗਠਿਤ ਅਪਰਾਧੀ ਗਰੋਹਾਂ ਨੂੰ ਆਪਣੇ ਜ਼ਿੰਮੇ ਲੱਗੇ ਦਰਿੰਦਗੀ ਭਰੇ ਕਾਰੇ ਨੂੰ ਸਿਰੇ ਚਾੜ੍ਹਨ ਲਈ ਢੁਕਵਾਂ ਸਮਾਂ ਮੁਹੱਈਆ ਕਰਨ ਵਾਸਤੇ ਸਰਕਾਰ ਨੇ ਐਲਾਨ ਕਰ ਦਿੱਤਾ ਕਿ ਇੰਦਰਾ ਗਾਂਧੀ ਦੀ ਮ੍ਰਿਤਕ ਦੇਹ ਨੂੰ 3 ਦਿਨ ਲੋਕਾਂ ਦੇ ਦਰਸ਼ਨਾਂ ਅਤੇ ਸ਼ਰਧਾਂਜਲੀਆਂ ਲਈ 3 ਮੂਰਤੀ ਵਿਖੇ ਰੱਖਿਆ ਜਾਵੇਗਾ ਅਤੇ ਇਸ ਦੇ ਨਾਲ ਹੀ ਦਿੱਲੀ ਵਿੱਚ ਅਣਮਿੱਥੇ ਸਮੇਂ ਲਈ ਕਰਫਿਊ ਲਾ ਦਿੱਤਾ ਗਿਆ। ਇਸ ਸਾਰੀ ਖੇਡ ਪਿੱਛੇ ਗੁੱਝਾ ਉਦੇਸ਼ ਇਹ ਸੀ ਕਿ ਕਾਤਲ ਗਰੋਹ ਬਿਨਾਂ ਰੁਕਾਵਟ ਸ਼ਹਿਰ 'ਚ ਘੁੰਮ ਸਕਣ ਅਤੇ ਜਿਹੜਾ ਕੋਈ ਹੋਰ ਸਿੱਖਾਂ ਨੂੰ ਸੁਰੱਖਿਆ ਪ੍ਰਦਾਨ ਕਰਦਾ ਸੀ ਉਸ ਦੀ ਨਕਲੋ ਹਰਕਤ ਨੂੰ ਰੋਕਿਆ ਜਾ ਸਕੇ। ਦਿੱਲੀ ਵਿੱਚ 1 ਨਵੰਬਰ ਤੋਂ 5 ਨਵੰਬਰ ਤੱਕ ਜੋ ਕੁਝ ਵਾਪਰਿਆ ਉਹ ਇੱਕ ਖੌਫਨਾਕ ਘੱਲੂਘਾਰਾ ਸੀ। ਸਿੱਖਾਂ ਦੇ ਤਕਰੀਬਨ ਸਾਰੇ ਕਾਰੋਬਾਰੀ ਅਤੇ ਵਪਾਰਕ ਅਦਾਰਿਆਂ, ਦੁਕਾਨਾਂ ਅਤੇ ਉਦਯੋਗਾਂ ਦੀ ਪਹਿਲਾਂ ਲੁੱਟ ਖਸੁੱਟ ਕੀਤੀ ਗਈ ਅਤੇ ਫਿਰ ਅੱਗ ਦੀ ਭੇਂਟ ਚੜ੍ਹਾ ਦਿੱਤੇ ਗਏ। ਹਜ਼ਾਰਾਂ ਬਦਕਿਸਮਤ ਅਤੇ ਨਿਰਦੋਸ਼ ਬੁੱਢੇ ਅਤੇ ਜਵਾਨ ਸਭ ਸਿੱਖਾਂ ਦਾ ਬੇਰਹਿਮੀ ਨਾਲ ਕਤਲੇਆਮ ਕਰ ਦਿੱਤਾ ਗਿਆ। ਇਹਨਾਂ ਚੋਂ ਸੈਂਕੜਿਆਂ ਨੂੰ ਤਾਂ ਉਹਨਾਂ ਦੇ ਘਰਾਂ ਅੰਦਰ ਹੀ ਅਤੇ ਜਾਂ ਗਲੀਆਂ ਅਤੇ ਸੜਕਾਂ ਉੱਪਰ ਖੁੱਲ੍ਹੇਆਮ ਜਿਉਂਦੇ ਅੱਗ ਲਾ ਕੇ ਸਾੜਿਆ ਗਿਆ। ਵਹਿਸ਼ੀ ਹਿੰਦੂਆਂ ਨੇ ਸੜਦੇ ਅਤੇ ਕੁਰਲਾਉਂਦੇ ਹੋਏ ਸਿੱਖਾਂ ਦੇ ਦੁਆਲੇ ਇਉਂ ਜਨੂਨੀ ਲਹਿਜੇ ਵਿੱਚ ਗੀਤ ਗਾਏ ਅਤੇ ਭੰਗੜੇ ਪਾਏ ਜਿਵੇਂ ਕੋਈ ਤਿਉਹਾਰ ਮਨਾ ਰਹੇ ਹੋਣ। ਸੈਂਕੜੇ ਸਿੱਖ ਔਰਤਾਂ ਅਤੇ ਮੁਟਿਆਰਾਂ ਨਾਲ ਉਹਨਾਂ ਦੇ ਪਿਓਆਂ, ਭਰਾਵਾਂ, ਪੁੱਤਾਂ ਅਤੇ ਪਤੀਆਂ ਦੀਆਂ ਅੱਖਾਂ ਸਾਹਮਣੇ ਸਮੂਹਕ ਬਲਾਤਕਾਰ ਕੀਤਾ ਗਿਆ। ਫਿਰ ਜਬਰ ਜਨਾਹ ਦਾ ਸ਼ਿਕਾਰ ਹੋਈਆਂ ਉਹਨਾਂ ਔਰਤਾਂ ਦੀਆਂ ਅੱਖਾਂ ਸਾਹਮਣੇ ਮਰਦਾਂ ਨੂੰ ਵਹਿਸ਼ੀਆਨਾ ਢੰਗ ਨਾਲ ਝਟਕਾਇਆ ਗਿਆ। ਕੁਝ ਬਹਾਦਰ ਸਿੱਖਾਂ ਜਿਨ੍ਹਾਂ ਕਾਤਲ ਹਿੰਦੂ ਗਰੋਹਾਂ ਦਾ ਮੁਕਾਬਲਾ ਕਰਨ ਅਤੇ ਲੜਨ ਦਾ ਸਾਹਸ ਕੀਤਾ ਉੱਪਰ ਨੀਮ ਫੌਜੀ ਬਲਾਂ ਨੇ ਗੋਲੀ ਚਲਾਈ ਅਤੇ ਉਹਨਾਂ ਨੂੰ ਨਿਹੱਥੇ ਕਰ ਦਿੱਤਾ ਤਾਂ ਕਿ ਉਹ ਸੌਖੇ ਹੀ ਦੈਂਤਾਂ ਦਾ ਸ਼ਿਕਾਰ ਬਣ ਸਕਣ। ਬਹੁਤ ਸਾਰੀਆਂ ਥਾਵਾਂ 'ਤੇ ਅਰਧ ਸੈਨਿਕ ਬਲਾਂ ਨੇ ਸੰਗਠਿਤ ਕਾਤਲਾਂ ਦੀਆਂ ਅੱਖਾਂ ਸਾਹਮਣੇ ਸਿੱਖਾਂ ਨੂੰ ਗੋਲੀ ਮਾਰ ਕੇ ਕਾਤਲਾਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਇੱਕ ਤਰ੍ਹਾਂ ਨਾਲ ਬਿਨਾਂ ਰੁਕਾਵਟ ਲੁੱਟ ਖਸੁੱਟ ਅਤੇ ਕਤਲ ਕਰਨ ਲਈ ਉਹਨਾਂ ਨੂੰ ਸੰਕੇਤ ਦਿੱਤਾ। ਇੱਕ ਗਿਣੀ ਮਿਥੀ ਸਾਜ਼ਿਸ਼ ਅਧੀਨ ਦਿੱਲੀ ਵਿੱਚ ਫੌਜ ਨੂੰ ਸੱਦ ਲਿਆ ਗਿਆ ਅਤੇ ਸਾੜ ਫੂਕ ਕਰਨ ਵਾਲਿਆਂ ਅਤੇ ਸਿੱਖਾਂ ਦੇ ਕਾਤਲਾਂ ਨੂੰ ਦੇਖਦਿਆਂ ਹੀ ਗੋਲੀ ਮਾਰ ਦੇਣ ਦੇ ਸਪਸ਼ਟ ਆਦੇਸ਼ ਦਿੱਤੇ ਗਏ। ਪਰ ਫੌਜ ਨੇ ਪੂਰੇ 4 ਦਿਨ ਤਾਇਨਾਤ ਰਹਿਣ ਦੇ ਸਮੇਂ ਦੌਰਾਨ ਇੱਕ ਵੀ ਗੋਲੀ ਨਾ ਚਲਾਈ। ਫੌਜ ਸਾਰੇ ਰਾਖਸ਼ੀ ਜੁਰਮਾਂ ਨੂੰ ਮੂਕ ਦਰਸ਼ਕ ਬਣੀ ਦੇਖਦੀ ਰਹੀ। ਫੌਜ ਦੇ ਅਵੇਸਲੇ ਵਿਹਾਰ ਤੋਂ ਇਹ ਬਿਲਕੁਲ ਸਪਸ਼ਟ ਹੈ ਕਿ ਫੌਜ ਕੇਵਲ ਆਮ ਲੋਕਾਂ ਅਤੇ ਵੱਡੇ ਪੱਧਰ ਤੇ ਪੂਰੇ ਸੰਸਾਰ ਦੇ ਅੱਖੀਂ ਘੱਟਾ ਪਾ ਕੇ ਇਹ ਝੂਠਾ ਪ੍ਰਭਾਵ ਦੇਣ ਲਈ ਤਾਇਨਾਤ ਕੀਤੀ ਗਈ ਸੀ ਕਿ ਭਾਰਤ ਸਰਕਾਰ ਨੇ ਇਸ ਆਫਤ ਭਰਪੂਰ ਸਥਿਤੀ ਨੂੰ ਰੋਕਣ ਅਤੇ ਕੰਟਰੋਲ ਕਰਨ ਲਈ ਲੋੜੀਂਦੇ ਸਾਰੇ ਜ਼ਰੂਰੀ ਅਤੇ ਇਹਤਿਆਤੀ ਕਦਮ ਉਠਾਏ ਸਨ। ਨਿਹੱਥੇ ਨਿਰਦੋਸ਼ ਸਿੱਖਾਂ ਉੱਤੇ ਝਪਟਣ ਲਈ ਕੇਵਲ ਦਿੱਲੀ ਦੇ ਕਾਤਲ ਹਿੰਦੂ ਗਰੋਹਾਂ ਨੂੰ ਹੀ
ਪਾਗਲ ਅਤੇ ਵਹਿਸ਼ੀ ਕੁੱਤਿਆਂ ਵਾਂਗ ਖੁੱਲਿਆ ਨਹੀਂ ਸੀ ਛੱਡਿਆ ਗਿਆ, ਸਗੋਂ ਕਾਂਗਰਸੀ ਨੇਤਾਵਾਂ ਨੇ ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਦਿੱਲੀ ਦੀ ਹੱਦ ਨਾਲ ਲੱਗਦੇ ਪਿੰਡਾਂ 'ਚੋਂ ਬੱਸਾਂ ਅਤੇ ਟਰੱਕਾਂ ਉੱਪਰ ਇਸ ਬਹਾਨੇ ਸੈਂਕੜਿਆਂ ਦੀ ਗਿਣਤੀ 'ਚ ਖੂਨੀ ਬਘਿਆੜ ਇਸ ਬਹਾਨੇ ਢੋਏ ਕਿ ਇਹ ਇੰਦਰਾ ਗਾਂਧੀ ਦੀ ਮ੍ਰਿਤਕ ਦੇਹ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਆਏ ਹਨ। ਪਰ ਅਸਲ ਵਿੱਚ ਇਹਨਾਂ ਨੂੰ 3 ਨਵੰਬਰ ਨੂੰ ਇੰਦਰਾ ਗਾਂਧੀ ਦੇ ਅੰਤਮ ਸੰਸਕਾਰ ਤੱਕ ਸਿੱਖਾਂ ਦੀ ਨਸਲਕੁਸ਼ੀ ਦੀ ਮੁਹਿੰਮ ਨੂੰ ਛੇਤੀ ਨੇਪਰੇ ਚਾੜ੍ਹਨ ਲਈ ਲਿਆਂਦਾ ਗਿਆ ਸੀ। ਮੈਂ ਦੇਖਿਆ ਕਿ ਇਹਨਾਂ ਕਾਤਲਾਂ ਦੇ ਚਿਹਰਿਆਂ ਤੇ ਦੁੱਖ ਅਤੇ ਸਦਮੇ ਦਾ ਮਾਮੂਲੀ ਜਿਹਾ ਵੀ ਪ੍ਰਭਾਵ ਨਹੀਂ ਸੀ, ਸਗੋਂ ਉਹ ਇਸ ਤਰ੍ਹਾਂ ਖੁਸ਼ ਹੋ ਰਹੇ ਸਨ ਅਤੇ ਨੱਚ ਟੱਪ ਰਹੇ ਸਨ ਜਿਵੇਂ ਕਿਸੇ ਮੇਲੇ ਵਿੱਚ ਆਏ ਹੋਣ। ਲੇਖਕ 31 ਅਕਤੂਬਰ 1984 ਤੋਂ 3 ਨਵੰਬਰ 1984 ਤੱਕ ਦਿੱਲੀ 'ਚ ਹੀ ਰਿਹਾ। ਕੇਵਲ ਦਿੱਲੀ ਵਿੱਚ ਹੀ ਸਿੱਖਾਂ ਦਾ ਬੇਰਹਿਮੀ ਨਾਲ ਕਤਲੇਆਮ ਨਹੀਂ ਸੀ ਕੀਤਾ ਗਿਆ, ਅਜਿਹੇ ਹੀ ਨੰਗੇ ਵਹਿਸ਼ੀਪੁਣੇ ਦਾ ਦਿਖਾਵਾ ਹੋਰਨਾਂ ਸੂਬਿਆਂ 'ਚ ਵੀ ਕੀਤਾ ਗਿਆ, ਖਾਸ ਕਰ ਜਿੱਥੇ ਕਾਂਗਰਸ ਪਾਰਟੀ ਦਾ ਸ਼ਾਸਨ ਸੀ। ਕੇਵਲ ਦਿੱਲੀ 'ਚ ਹੀ 5000 ਸਿੱਖਾਂ ਦੀ ਕਤਲੋਗਾਰਦ ਕੀਤੀ ਗਈ, ਜਿਨ੍ਹਾਂ ਕਿ ਆਪਰੇਸ਼ਨ ਨੀਲਾ ਤਾਰਾ ਦੌਰਾਨ ਭਾਰਤੀ ਫੌਜ ਵੱਲੋਂ ਮਾਰੇ ਗਏ ਸਨ। ਸਿੱਖਾਂ ਦੀ ਇਹ ਨਸਲਕੁਸ਼ੀ ਵਹਿਸ਼ੀ ਹਿੰਦੂਆਂ ਨੇ ਪੰਜਾਬ ਅੰਦਰ ਕਿਸੇ ਵੀ ਪ੍ਰਤੀਕਰਮ ਦੀ ਸੰਭਾਵਨਾ ਦੇ ਡਰ ਤੋਂ ਬਿਨਾਂ ਕੀਤੀ, ਕਿਉਂਕਿ ਪੰਜਾਬ ਪਹਿਲਾਂ ਹੀ ਫੌਜ ਦੇ ਅਤਿਆਚਾਰੀ ਸ਼ਾਸਨ ਹੇਠੋਂ ਗੁਜ਼ਰ ਰਿਹਾ ਸੀ। ਇਹ ਕਹਿਣਾ ਕੇਵਲ ਅੰਸ਼ਕ ਸੱਚ ਹੀ ਹੋਵੇਗਾ ਕਿ ਕਾਂਗਰਸ ਦੇ ਕੁਝ ਕੁ ਮੰਤਰੀਆਂ ਅਤੇ ਨੇਤਾਵਾਂ ਨੇ ਹੀ ਸਿੱਖਾਂ ਦੀ ਨਸਲਕੁਸ਼ੀ ਦਾ ਵਿਉਂਤਬੰਦ ਸੰਚਾਲਨ ਕੀਤਾ। ਇਸ ਮਹਾਂ ਘੱਲੂਘਾਰੇ ਪਿੱਛੇ ਅਸਲ ਅਤੇ ਅਦਿੱਖ ਸ਼ਕਤੀ ਭਾਰਤ ਦਾ ਜ਼ਾਲਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਖੁਦ ਸੀ। ਇਸ ਤੱਥ ਦੀ ਪੁਸ਼ਟੀ ਉਸ ਦੇ ਆਪਣੇ ਹੀ ਇਕਬਾਲੀਆ ਬਿਆਨ ਤੋਂ ਹੁੰਦੀ ਹੈ, ਜੋ ਉਸਨੇ ਜਨਤਕ ਤੌਰ ਤੇ ਦਿੱਤਾ ਕਿ ਜਦੋਂ ਵੱਡਾ ਦਰਖਤ ਡਿੱਗਦਾ ਹੈ ਤਾਂ ਧਰਤੀ ਹਿਲਦੀ ਹੀ ਹੈ। ਜੇ ਇਸ ਅਢੁਕਵੀਂ ਦਲੀਲ ਨੂੰ ਫਰਜ਼ੀ ਤੌਰ ਤੇ ਉਚਿਤ ਮੰਨ ਲਿਆ ਜਾਵੇ ਤਾਂ ਫਿਰ ਸਵਾਲਾਂ ਦਾ ਜਵਾਬ ਉੱਠਦਾ ਹੈ ਕਿ ਜਦੋਂ 30 ਜਨਵਰੀ 1948 ਨੂੰ ਮੋਹਨਦਾਸ ਕਰਮਚੰਦ ਗਾਂਧੀ ਨੂੰ ਇੱਕ ਮਰਾਠੀ ਬ੍ਰਾਹਮਣ ਨੱਥੂ ਰਾਮ ਗੌਂਡਸੇ ਨੇ ਗੋਲੀ ਮਾਰ ਕੇ ਮਾਰ ਦਿੱਤਾ ਸੀ, ਤਾਂ ਉਦੋਂ ਧਰਤੀ ਕਿਉਂ ਨਹੀਂ ਸੀ ਹਿੱਲੀ? ਕਿ ਇਹ ਸਮਝ ਲਿਆ ਜਾਵੇ ਕਿ ਇੰਦਰਾ ਗਾਂਧੀ ਕਾਂਗਰਸ ਵੱਲੋਂ ਰਾਸ਼ਟਰਪਿਤਾ ਵਜੋਂ ਸਤਿਕਾਰੇ ਅਤੇ ਯਾਦ ਕੀਤੇ ਜਾਂਦੇ ਮੋਹਨਦਾਸ ਕਰਮਚੰਦ ਗਾਂਧੀ ਨਾਲੋਂ ਵੀ ਮਹਾਨ ਸੀ। ਕਤਲ ਕੀਤੇ ਜਾਣ ਦੀ ਗੱਲ ਤਾਂ ਦੂਰ ਰਹੀ, ਕਿਸੇ ਮਰਾਠੀ ਬ੍ਰਾਹਮਣ ਦੀ ਖਿੱਚ ਧੂ ਤੱਕ ਵੀ ਨਹੀਂ ਕੀਤੀ ਗਈ। ਕਿਉਂਕਿ ਉਸ ਘਟਨਾ 'ਚ ਕਾਤਲ ਅਤੇ ਮਕਤੂਲ ਦੋਵੇਂ ਹਿੰਦੂ ਅਤੇ ਬ੍ਰਾਹਮਣ ਸਨ। ਇਹ ਸਾਰਾ ਕੁਝ ਸਿੱਧ ਕਰਦਾ ਹੈ ਕਿ ਸਿੱਖਾਂ ਦੀ ਨਸਲਕੁਸ਼ੀ ਨੂੰ ਖੁਦ ਰਾਜੀਵ ਗਾਂਧੀ ਨੇ ਵਿਉਂਤਬੱਧ ਅਤੇ ਸੰਚਾਲਿਤ ਕੀਤਾ। ਸਿੱਖਾਂ ਦੀ ਨਸਲਕੁਸ਼ੀ ਨੂੰ ਅੰਜਾਮ ਦੇਣ ਲਈ ਤਵਸਬੀ ਹਿੰਦੂਆਂ ਵੱਲੋਂ ਬਰਬਰਤਾ, ਅਤਿਆਚਾਰ ਅਤੇ ਦਰਿੰਦਗੀ ਦਾ ਇਹ ਸਾਰਾ ਨੰਗਾ ਨਾਚ ਇਹਨਾਂ ਦੀ ਖਸਲਤ ਅਤੇ ਸੱਭਿਆਚਾਰ ਵਿੱਚ ਗੈਰ ਹਿੰਦੂਆਂ ਪ੍ਰਤੀ ਵਰਤਾਓ ਦੀ ਕੋਈ ਨਵੀਂ ਘਟਨਾ ਨਹੀਂ ਹੈ। ਉਹਨਾਂ ਨੇ ਆਪਣੀ ਖਸਲਤ ਦੇ ਇਹ ਅਪਰਾਧੀ ਅਤੇ ਅਤਿਆਚਾਰੀ ਤੱਤ ਆਪਣੇ ਦੁਰੇਡੇ ਵੱਡੇ ਵਡੇਰਿਆਂ ਇੰਡੋ ਆਰੀਅਨਾਂ, ਜਿਨ੍ਹਾਂ 1500 BC ਵਿੱਚ ਹਿੰਦ ਪਾਕ ਉਪ ਮਹਾਦੀਪ ਤੇ ਧਾਵਾ ਕੀਤਾ ਸੀ ਅਤੇ ਇਸ ਨੂੰ ਜਿੱਤ ਕੇ ਇਸ ਨੂੰ ਆਪਣੀ ਮਾਤ ਭੂਮੀ ਬਣਾ ਲਿਆ ਸੀ, ਤੋਂ ਜਮਾਂਦਰੂ ਹੀ ਵਿਰਾਸਤ ਵਿੱਚ ਪ੍ਰਾਪਤ ਕੀਤੇ ਹਨ। ਭਾਰਤ 'ਚ ਆ ਕੇ ਵਸੇ ਆਰੀਅਨਾਂ ਦੇ ਸਬੰਧ 'ਚ ਇਹਨਾਂ ਦੀ ਈਰਾਨ 'ਚ ਰਹਿ ਗਈ ਆਰੀਅਨ ਨਸਲ ਵੱਲੋਂ ਪ੍ਰਗਟਾਏ ਵਿਚਾਰ ਇਹਨਾਂ ਦੇ ਅਸਲ ਰੂਪ ਦਾ ਪਰਦਾਫਾਸ਼ ਕਰਦੇ ਹਨ। ਜਦੋਂ ਆਰੀਅਨ ਲੋਕ ਮੱਧ ਏਸ਼ੀਆ ਤੋਂ ਉੱਤਰੀ ਈਰਾਨ 'ਚ ਆ ਵਸੇ ਤਾਂ ਉੱਥੇ ਰਹਿੰਦਿਆਂ ਇਹਨਾਂ ਦੇ 2 ਧੜੇ ਹੋ ਗਏ ਸਨ। ਇੱਕ ਧੜੇ ਦਾ ਆਗੂ ਜ਼ਰਥੁਸ਼ਟਰ ਸੀ, ਜਿਸ ਨੇ ਆਪਣੇ ਹੀ ਆਰੀਅਨ ਲੋਕਾਂ ਦੀਆਂ ਹੈਵਾਨੀ ਕਾਰਵਾਈਆਂ ਦੇ ਖਿਲਾਫ ਸੁਧਾਰਵਾਦੀ ਲਹਿਰ ਚਲਾਈ। ਸਿੱਟੇ ਵਜੋਂ ਇਹਨਾਂ ਧੜਿਆਂ ਦੀਆਂ ਆਪੋ ਵਿੱਚ ਲੜਾਈਆਂ ਹੋਣ ਲੱਗੀਆਂ। ਕਈ ਵਰ੍ਹੇ ਲੜਦੇ ਰਹਿਣ ਪਿੱਛੋਂ ਹੈਵਾਨੀ ਬਿਰਤੀਆਂ ਵਾਲਾ ਧੜਾ ਉੱਥੋਂ ਕੂਚ ਕਰਨ ਲੱਗਾ ਅਤੇ ਅੰਤ ਭਾਰਤ ਵਿੱਚ ਆਣ ਟਿਕਿਆ। ਇਹਨਾਂ ਨੂੰ ਹੀ ਇੰਡੋ ਆਰੀਅਨ ਕਿਹਾ ਜਾਂਦਾ ਹੈ। ਜ਼ਰਥੁਸ਼ਟਰ ਨੂੰ ਉਹ ਈਰਾਨੀ ਆਰੀਅਨ ਆਪਣਾ ਪੈਗੰਬਰ ਮੰਨਦੇ ਹਨ ਅਤੇ ਉਸ ਵੱਲੋਂ ਲਿਖਿਆ ਗਿਆ ਗ੍ਰੰਥ ਜ਼ੰਦ ਅਵਸਥਾ ਉਹਨਾਂ ਦਾ ਧਰਮ ਗ੍ਰੰਥ ਹੈ। ਜ਼ੰਦ ਅਵਸਥਾ ਵਿੱਚ ਜ਼ਰਥੁਸ਼ਟਰ ਇੰਡੋ ਆਰੀਅਨ ਵੱਲ ਸੰਕੇਤ ਕਰਦਿਆਂ ਲਿਖਦਾ ਹੈ ਕਿ ਨੰਬਰ 1, ਤੁਸੀਂ ਦੇਵ ਬਾਦਰੂਹਾਂ ਤੋਂ ਉਤਪੰਨ ਹੋਏ ਹੋ, ਜਿਹੜੀਆਂ ਸ਼ਰਾਬ ਦੇ ਨਸ਼ੇ ਰਾਹੀਂ ਤੁਹਾਨੂੰ ਵਸ ਵਿੱਚ ਕਰਦੀਆਂ ਹਨ, ਤੁਹਾਨੂੰ ਮਨੁੱਖੀ ਜਾਤੀ ਨਾਲ ਦਗਾ ਕਰਨ ਅਤੇ ਇਸ ਨੂੰ ਤਬਾਹ ਕਰਨ ਦੀ
ਬਹੁਤ ਸੰਪੰਨ ਕਲਾ ਸਿਖਾਉਂਦੀਆਂ ਹਨ, ਜਿਨ੍ਹਾਂ ਦੁਸ਼ਟ ਕਲਾਵਾਂ ਲਈ ਤੁਸੀਂ ਹਰ ਜਗ੍ਹਾ ਬਦਨਾਮ ਹੋ। ਨੰਬਰ 2, ਮੈਂ ਦੇਵਾਂ ਨੂੰ ਤਿਆਗਦਾ ਹਾਂ ਜਿਹੜੇ ਦੁਰਾਚਾਰੀ, ਭੈੜੇ, ਝੂਠੇ, ਕੂੜਿਆਰੇ, ਸ਼ਰਾਰਤ ਦੀ ਜੜ੍ਹ ਹਨ ਅਤੇ ਜ਼ਹਿਰੀਲੇ, ਤਬਾਹਕਾਰੀ ਅਤੇ ਕੁੱਲ ਹਯਾਤੀ ਵਿੱਚ ਅਤ ਕਮੀਨੇ ਹਨ। ਇੱਥੇ ਦੇਵ ਸ਼ਬਦ ਇੰਡੋ ਆਰੀਅਨ ਵੱਲ ਸੰਕੇਤ ਹੈ, ਜਿਨ੍ਹਾਂ ਦੇ ਦੁਰੇਡੇ ਵੰਜਸ਼ ਸੰਤਾਨ ਅਜੋਕੇ ਹਿੰਦੂ ਹਨ। ਜਦੋਂ ਇਹ ਕਿਸੇ ਵੱਡੀ ਤਾਕਤ ਵੱਲੋਂ ਕਾਬੂ ਕਰਕੇ ਗੁਲਾਮ ਬਣਾ ਲਏ ਜਾਂਦੇ ਹਨ ਤਾਂ ਇਹਨਾਂ ਦਾ ਹੈਵਾਨੀ ਰੂਪ ਦੱਬਿਆ ਰਹਿੰਦਾ ਹੈ, ਪਰ ਜਿਉਂ ਹੀ ਇਹਨਾਂ ਨੂੰ ਮੁੜ ਆਜ਼ਾਦੀ ਪ੍ਰਾਪਤ ਹੋਏ ਅਤੇ ਇਹ ਹੁਕਮਰਾਨ ਬਣ ਜਾਣ ਤਾਂ ਇਹਨਾਂ ਦਾ ਇਹ ਜਮਾਂਦਰੂ ਸੁਭਾਅ ਪ੍ਰਗਟ ਹੋਣ ਲੱਗ ਪੈਂਦਾ ਹੈ। ਸਿੱਖਾਂ ਦੀ ਜ਼ਾਲਮਾਨਾ ਨਸਲਕੁਸ਼ੀ ਨੇ ਇਸ ਗੱਲ ਨੂੰ ਸਪਸ਼ਟ ਪ੍ਰਗਟ ਕੀਤਾ ਹੈ। ਇਸ ਲਈ ਇਹ ਉਹਨਾਂ ਦੀ ਵਹਿਸ਼ਤ ਵਿੱਚ ਅਚਾਨਕ ਆਈ ਤੇਜ਼ੀ ਨਹੀਂ ਹੈ। ਦਰਅਸਲ ਇਹ ਤਾਂ ਹਿੰਦੂਆਂ ਦੀ ਪੁਰਾਣੀ ਹੈਵਾਨੀ ਪ੍ਰਵਿਰਤੀ ਹੈ, ਜੋ ਬਾਰ-ਬਾਰ ਦੁਹਰਾਈ ਜਾਂਦੀ ਰਹੇਗੀ ਜਦ ਤੱਕ ਕਿ ਇਹ ਮੁੜ ਕਿਸੇ ਭਵਿੱਖੀ ਵੱਡੀ ਤਾਕਤ ਵੱਲੋਂ ਗੁਲਾਮ ਨਹੀਂ ਬਣਾ ਲਏ ਜਾਂਦੇ। ਕਿਤਾਬ ਜਾਂਬਾਜ਼ ਰਾਖਾ, ਅਧਿਆਇ 10ਵਾਂ। ਲੇਖਕ AR ਦਰਸ਼ੀ, ਅਨੁਵਾਦਕ ਪ੍ਰੋਫੈਸਰ ਕੁਲਬੀਰ ਸਿੰਘ, ਆਵਾਜ਼ ਗੁਰਜੰਟ ਸਿੰਘ ਰੂਪਵਾਲੀ। ਇਸ ਕਿਤਾਬ ਦੇ ਬਾਕੀ ਭਾਗ ਸੁਣਨ ਲਈ YouTube ਚੈਨਲ ਗੁਰਜੰਟ ਸਿੰਘ ਰੂਪਵਾਲੀ ਦੇਖੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।